सत श्री अकाल जी सारिਆਂ ਨੂੰ। मेरा नाम पीहू आ। मेरा ਵਿਆਹ एक मध्य वर्गी परिवार ਵਿੱਚ ਹੋਇਆ ਸੀ, ਜਿੱਥੇ ਮੇਰੇ ਪਤੀ ਤੋਂ ਇਲਾਵਾ ਮੇਰੀ ਸੱਸ ਸਹੁਰਾ ਜੇਠ ਜਠਾਣੀ ਅਤੇ ਮੇਰੀ ਜਠਾਣੀ ਦੀ ਇੱਕ ਜਵਾਨ ਕੁੜੀ ਸੀ। ਮੇਰੇ ਸਹੁਰੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਤਾਂ ਮੈਂ ਬਹੁਤ ਖੁਸ਼ ਸੀ। ਥੋੜੇ ਦਿਨ ਹੀ ਲੰਘੇ ਸੀ ਕਿ ਮੇਰੇ ਨਾਲ ਅਜੀਬ ਜਿਹਾ ਹੋਣ ਲੱਗਿਆ। ਜਦੋਂ ਮੈਂ ਸਵੇਰੇ ਸੌਂ ਕੇ ਉੱਠਦੀ ਤਾਂ ਮੇਰੇ ਸਰੀਰ ਵਿੱਚੋਂ ਮੂਵ ਦੀ ਸਮੈਲ ਆਉਂਦੀ ਤੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਹੁੰਦੇ। ਮੈਂ ਇਹ ਸਭ ਦੇਖ ਕੇ ਡਰ ਜਾਂਦੀ। ਇਹ ਮੇਰੇ ਨਾਲ ਰਾਤ ਨੂੰ ਹੁੰਦਾ ਕੀ ਆ। ਇੱਕ ਦਿਨ ਇਹ ਸਭ ਦਾ ਪਤਾ ਲਗਾਉਣ ਲਈ ਰਾਤ ਨੂੰ ਮੈਂ ਜਾਗਦੀ ਰਹੀ ਤਾਂ ਅੱਧੀ ਰਾਤ ਨੂੰ ਮੈਂ ਆਪਣੇ ਜੇਠ ਨੂੰ ਮੇਰੇ ਕਮਰੇ ਵਿੱਚ ਦੇਖ ਕੇ ਹੈਰਾਨ ਰਹਿ ਗਈ। ਮੇਰੀ ਪੜ੍ਹਾਈ ਪੂਰੇ ਹੁੰਦੇ ਹੀ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। ਮੇਰਾ ਵਿਆਹ ਮੇਰੇ ਪਿਤਾ ਜੀ ਨੇ ਆਪਣੇ ਦੋਸਤ ਦੇ ਲੜਕੇ ਨਾਲ ਕਰਵਾ ਦਿੱਤਾ ਸੀ। ਮੇਰਾ ਸਹੁਰਾ ਮੇਰੇ ਪਿਤਾ ਜੀ ਦਾ ਬਹੁਤ ਚੰਗਾ ਦੋਸਤ ਸੀ, ਪਰ ਉਹਨਾਂ ਦੀ ਦੋਸਤੀ ਬਚਪਨ ਤੋਂ ਹੀ ਸੀ। ਮੈਂ ਆਪਣੇ ਸਹੁਰੇ ਨੂੰ ਆਪਣੇ ਵਿਆਹ ਤੋਂ ਪਹਿਲਾਂ ਪਹਿਲੀ ਵਾਰ ਦੇਖਿਆ ਸੀ, ਕਿਉਂਕਿ ਮੇਰੇ ਸਹੁਰੇ ਅਤੇ ਮੇਰੇ ਪਿਤਾ ਜੀ ਦੀ ਦੋਸਤੀ ਉਹਨਾਂ ਦੇ ਵਿਆਹ ਤੋਂ ਬਾਅਦ ਸਿਰਫ ਨਾਮ ਦੀ ਰਹਿ ਗਈ ਸੀ। ਉਹ ਕਦੇ ਕਦਾਈ ਇੱਕ ਦੂਜੇ ਨੂੰ ਮਿਲਦੇ ਸਨ, ਪਰ ਜਦੋਂ ਮੇਰੇ ਪਿਤਾ ਜੀ ਨੇ ਆਪਣੇ ਦੋਸਤ ਦੇ ਪੁੱਤਰ ਭਾਵ ਮੇਰੇ ਪਤੀ ਨੂੰ ਦੇਖਿਆ ਤਾਂ ਮੇਰੇ ਪਿਤਾ ਜੀ ਨੂੰ ਲੜਕਾ ਪਸੰਦ ਆ ਗਿਆ। ਮੇਰੇ ਪਿਤਾ ਜੀ ਨੇ ਤੁਰੰਤ ਮੇਰੇ ਸਹੁਰੇ ਨਾਲ ਉਹਨਾਂ ਦੇ ਲੜਕੇ ਦੇ ਬਾਰੇ ਗੱਲ ਕਰ ਦਿੱਤੀ ਅਤੇ ਮੇਰੇ ਸਹੁਰੇ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਲਈ ਰਿਸ਼ਤਾ ਲੱਭ ਰਿਹਾ। ਤਾਂ ਮੇਰੇ ਪਿਤਾ ਜੀ ਨੇ ਮੇਰੇ ਬਾਰੇ ਮੇਰੇ ਸਹੁਰੇ ਨੂੰ ਦੱਸਿਆ। ਜਦੋਂ ਮੁੰਡੇ ਵਾਲੇ ਮੈਨੂੰ ਦੇਖਣ ਸਾਡੇ ਘਰ ਆਏ ਤਾਂ ਉਹਨਾਂ ਨੇ ਮੈਨੂੰ ਦੇਖਦੇ ਹੀ ਪਸੰਦ ਕਰ ਲਿਆ। ਇਸ ਤਰ੍ਹਾਂ ਮੇਰਾ ਵਿਆਹ ਹੋ ਗਿਆ। ਮੇਰੇ ਸਹੁਰੇ ਅਤੇ ਪਿਤਾ ਜੀ ਦੀ ਪੁਰਾਣੀ ਦੋਸਤੀ ਮੁੜ ਤੋਂ ਪੱਕੀ ਹੋ ਗਈ ਅਤੇ ਇਸੇ ਤਰ੍ਹਾਂ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਮੇਰੇ ਸੱਸ ਸਹੁਰੇ ਦਾ ਵਰਤਾਵ ਮੇਰੇ ਨਾਲ ਬਹੁਤ ਚੰਗਾ ਸੀ। ਮੇਰੀ ਜਠਾਣੀ ਵੀ ਮੇਰੇ ਨਾਲ ਭੈਣਾਂ ਵਾਂਗ ਰਹਿੰਦੀ ਸੀ। ਮੇਰੀ ਜਠਾਣੀ ਦੀ ਧੀ ਵੀ ਮੇਰੀ ਸਹੇਲੀ ਬਣ ਗਈ। ਮੈਂ ਆਪਣੇ ਸਹੁਰੇ ਘਰ ਬਹੁਤ ਜਲਦੀ ਐਡਜਸਟ ਹੋ ਗਈ ਤੇ ਉਹਨਾਂ ਦੇ ਵਰਤਾਵ ਨੂੰ ਸਮਝ ਗਈ ਸੀ। ਮੇਰੇ ਪਤੀ ਦਾ ਵਰਤਾਵ ਵੀ ਬਹੁਤ ਚੰਗਾ ਸੀ। ਉਹ ਮੇਰੇ ਬਹੁਤ ਖਿਆਲ ਰੱਖਦਾ ਸੀ। ਉਹ ਬਹੁਤ ਚੰਗੇ ਇਨਸਾਨ ਸੀ। ਵਿਆਹ ਤੋਂ 4 ਮਹੀਨੇ ਬਾਅਦ ਮੇਰੇ ਪਤੀ ਨੂੰ ਕੰਮ ਲਈ ਦੂਜੇ ਸ਼ਹਿਰ ਜਾਣਾ ਪਿਆ। ਉਹਨਾਂ ਨੇ ਦੱਸਿਆ ਕਿ ਮੈਨੂੰ 1 ਮਹੀਨੇ ਦੀ ਛੁੱਟੀ ਮਿਲੀ ਹੋਈ ਆ, ਪਰ ਮੈਂ ਜ਼ੋਰ ਦੇ ਕੇ 1 ਹਫ਼ਤੇ ਦੀ ਹੋਰ ਵਧਾ ਦਿੱਤੀ ਸੀ। ਪਰ ਹੁਣ ਹੋਰ ਛੁੱਟੀਆਂ ਦੀ ਗੁੰਜਾਇਸ਼ ਨਹੀਂ। ਮੇਰੇ ਪਤੀ ਦੇ ਚਲੇ ਜਾਣ 'ਤੇ ਮੈਂ ਬਹੁਤ ਉਦਾਸ ਹੋ ਰਹੀ ਸੀ ਤੇ ਮੈਂ ਉਸ ਤੋਂ ਬਿਨਾਂ ਕਿਵੇਂ ਰਹਾਂਗੀ, ਇਹੀ ਸੋਚ ਕੇ ਮੈਨੂੰ ਰੋਣਾ ਆਉਂਦਾ ਤੇ ਮੈਂ ਬਹੁਤ ਹੈਰਾਨ ਪਰੇਸ਼ਾਨ ਹੋ ਜਾਂਦੀ ਸੀ। ਰੱਬ ਨੇ ਪਤੀ ਪਤਨੀ ਦਾ ਰਿਸ਼ਤਾ ਅਜਿਹਾ ਬਣਾਇਆ ਕਿ ਜੇਕਰ ਇੱਕ ਦੂਜੇ ਦੇ ਨਾਲ ਨਾ ਹੋਣ ਤਾਂ ਰਿਹਾ ਨਹੀਂ ਜਾਂਦਾ, ਦੂਰੀ ਬਰਦਾਸ਼ਤ ਵੀ ਨਹੀਂ ਹੁੰਦੀ। ਅਜੇ ਤਾਂ ਮੇਰਾ ਨਵਾਂ ਵਿਆਹ ਹੋਇਆ ਸੀ। ਮੇਰੇ ਵਿਆਹ ਨੂੰ ਅਜੇ 4 ਮਹੀਨੇ ਹੋਏ ਸੀ। ਮੈਂ ਆਪਣੇ ਪਤੀ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ, ਪਰ ਉਹ ਦਿਨ ਜਲਦੀ ਹੀ ਆ ਗਿਆ ਜਦੋਂ ਮੇਰੇ ਪਤੀ ਦੇ ਜਾਣ ਦਾ ਸਮਾਂ ਆ ਗਿਆ ਤੇ ਮੇਰਾ ਪਤੀ ਕੰਮ ਦੇ ਲਈ 3 ਮਹੀਨਿਆਂ ਲਈ ਸ਼ਹਿਰ ਤੋਂ ਬਾਹਰ ਚਲੇ ਗਏ। ਉਸ ਦੇ ਜਾਣ ਤੋਂ ਬਾਅਦ ਮੈਂ ਸਾਰਾ ਦਿਨ ਉਦਾਸ ਰਹੀ ਤੇ ਉਸ ਨਾਲ ਗੱਲ ਵੀ ਨਹੀਂ ਕੀਤੀ। ਮੇਰੀ ਸੱਸ ਤੇ ਜਠਾਣੀ ਮੈਨੂੰ ਬਹੁਤ ਦਿਲਾਸਾ ਦਿੰਦੀਆਂ। ਮੇਰੀ ਜਠਾਣੀ ਦੀ ਧੀ ਵੀ ਹਮੇਸ਼ਾ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਸਾਰੇ ਲੋਕ ਮੈਨੂੰ ਇਹੀ ਸਮਝਾਉਂਦੇ ਕਿ ਇਸ ਘਰ ਵਿੱਚ ਤੂੰ ਇਕੱਲੀ ਨਹੀਂ ਆ, ਅਸੀਂ ਤੇਰੇ ਨਾਲ ਆ। ਆਪਣੇ ਸਹੁਰਿਆਂ ਵੱਲੋਂ ਇੰਨਾ ਪਿਆਰ ਤੇ ਮੁਹੱਬਤ ਦੇਖ ਕੇ ਮੈਂ ਸ਼ਾਂਤ ਹੋ ਜਾਂਦੀ। ਮੇਰਾ ਪਤੀ ਵੀ ਮੈਨੂੰ ਰੋਜ਼ ਫੋਨ ਕਰਦਾ ਤੇ ਉਹ ਮੈਨੂੰ ਬਹੁਤ ਸਮਝਾਉਂਦਾ ਕਿ ਹੌਲੀ-ਹੌਲੀ ਮੈਂ ਨਾਰਮਲ ਹੋ ਗਈ। ਹੁਣ ਮੇਰੇ ਪਤੀ ਨੂੰ ਗਏ ਹੋਏ 15 ਦਿਨ ਬੀਤ ਚੁੱਕੇ ਸੀ, ਪਰ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰਨ ਲੱਗੀ, ਕੁਝ ਅਜਿਹਾ ਹੋਣ ਲੱਗਾ ਜੋ ਮੇਰੀ ਸਮਝ ਤੋਂ ਬਾਹਰ ਸੀ ਕਿ ਆਖਰ ਇਹ ਮੇਰੇ ਨਾਲ ਕਿਉਂ ਹੋ ਰਿਹਾ। ਮੈਂ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ, ਕਿਉਂਕਿ ਮੈਂ ਖੁਦ ਵੀ ਸਮਝ ਨਹੀਂ ਪਾ ਰਹੀ ਸੀ। ਅਸੀਂ ਰਾਤ ਨੂੰ ਦੁੱਧ ਪੀ ਕੇ ਸੌਂਦੇ ਸੀ। ਮੇਰੀ ਜਠਾਣੀ ਖੁਦ ਆਪਣੇ ਹੱਥਾਂ ਨਾਲ ਸਾਰਿਆਂ ਲਈ ਦੁੱਧ ਬਣਾ ਕੇ ਸਾਰਿਆਂ ਦੇ ਕਮਰੇ ਵਿੱਚ ਦੇ ਕੇ ਆਉਂਦੀ ਸੀ ਤੇ ਸਾਰੇ ਹਰ ਰੋਜ਼ ਦੀ ਤਰ੍ਹਾਂ ਦੁੱਧ ਪੀਂਦੇ ਸਨ। ਇੱਕ ਰਾਤ ਮੈਂ ਦੁੱਧ ਦਾ ਕੱਪ ਪੀ ਕੇ ਆਰਾਮ ਨਾਲ ਸੌਂ ਗਈ। ਠੰਡ ਬਹੁਤ ਹੋ ਗਈ ਸੀ ਤੇ ਦੁੱਧ ਮੈਨੂੰ ਵਿਆਹ ਤੋਂ ਪਹਿਲਾਂ ਹੀ ਬਹੁਤ ਪਸੰਦ ਸੀ। ਮੈਨੂੰ ਨੀਂਦ ਵੀ ਜਲਦੀ ਆ ਜਾਂਦੀ ਸੀ। ਮੈਂ ਦੁੱਧ ਪੀ ਕੇ ਸੌਂ ਗਈ। ਮੈਨੂੰ ਪਤਾ ਵੀ ਨਹੀਂ ਲੱਗਿਆ। ਜਿਵੇਂ ਹੀ ਸਵੇਰੇ ਮੇਰੀ ਅੱਖ ਖੁੱਲ੍ਹੀ, ਮੇਰੇ ਆਪਣੇ ਆਲੇ ਦੁਆਲੇ ਅਜੀਬ ਜਿਹੀ ਸਮੈਲ ਮਹਿਸੂਸ ਹੋ ਰਹੀ ਸੀ। ਜਦੋਂ ਮੇਰੀ ਹੌਲੀ-ਹੌਲੀ ਅੱਖ ਖੁੱਲ੍ਹੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਮੂਵ ਦੀ ਮਹਿਕ ਆ ਰਹੀ ਆ। ਮੈਂ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਕੇ ਆਲੇ ਦੁਆਲੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ, ਪਰ ਜਿਵੇਂ ਹੀ ਮੈਂ ਆਪਣੇ ਹੱਥਾਂ ਪੈਰਾਂ ਵੱਲ ਦੇਖਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਹੱਥਾਂ ਪੈਰਾਂ 'ਤੇ ਲਾਲ ਰੰਗ ਦੇ ਨਿਸ਼ਾਨ ਸਨ ਤੇ ਮੇਰੇ ਹੱਥ ਪੈਰ ਸੁੱਜੇ ਹੋਏ ਸਨ। ਮੈਂ ਆਪਣੇ ਹੱਥਾਂ ਪੈਰਾਂ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ। ਮੈਨੂੰ ਯਾਦ ਨਹੀਂ ਸੀ ਕਿ ਮੈਂ ਆਪਣੇ ਸੌਣ ਤੋਂ ਪਹਿਲਾਂ ਮੂਵ ਕਦੋਂ ਲਗਾਈ ਸੀ। ਮੇਰੇ ਸਰੀਰ 'ਤੇ ਬੁਰੀ ਤਰ੍ਹਾਂ ਦੇ ਲਾਲ ਨਿਸ਼ਾਨ ਸਨ। ਮੈਂ ਡਰ ਗਈ ਤੇ ਮੈਂ ਝੱਟ ਉੱਠ ਕੇ ਬੈਠ ਗਈ। ਪਤਾ ਨਹੀਂ ਇਹ ਸਭ ਕੁਝ ਕਿਵੇਂ ਹੋਇਆ। ਇਹ ਸੋਚ ਕੇ ਮੈਂ ਨਹਾਉਣ ਲਈ ਬਾਥਰੂਮ 'ਚ ਚਲੀ ਗਈ ਤੇ ਜਦੋਂ ਹੱਥ ਪੈਰ 'ਤੇ ਪਾਣੀ ਪਾਇਆ ਤਾਂ ਲਾਲ ਰੰਗ ਹੌਲੀ-ਹੌਲੀ ਉਤਰ ਗਿਆ। ਮੇਰੇ ਸਾਰੇ ਸਰੀਰ ਦੇ ਲਾਲ ਨਿਸ਼ਾਨ ਸਨ।
ਮੇਰੇ ਉੱਪਰਲੇ ਸਾਹ ਉੱਪਰ ਤੇ ਹੇਠਲੇ ਸਾਹ ਹੇਠਾਂ ਰਹਿ ਗਏ। ਮੈਂ ਸਾਰੇ ਸਰੀਰ ਤੇ ਲਾਲ ਨਿਸ਼ਾਨ ਕਿਵੇਂ ਆਏ ਸੀ? ਮੈਂ ਆਪਣੇ ਆਪ ਤੋਂ ਬਹੁਤ ਡਰੀ ਹੋਈ ਸੀ। ਮੇਰੇ ਲਈ ਇਹ ਸਭ ਕੁਝ ਅਜੀਬ ਸੀ, ਕਿਉਂਕਿ ਇਸ ਤੋਂ ਪਹਿਲਾਂ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਇਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਡਰ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ। ਜਦੋਂ ਮੈਂ ਇਸ਼ਨਾਨ ਕਰਕੇ ਬਾਥਰੂਮ ਤੋਂ ਬਾਹਰ ਆਈ ਤਾਂ ਮੇਰੇ ਸਰੀਰ ਤੋਂ ਲਾਲ ਰੰਗ ਦੇ ਨਿਸ਼ਾਨ ਗਾਇਬ ਹੋ ਗਏ, ਪਰ ਥੋੜੀ ਜਿਹੀ ਹਜੇ ਬਾਕੀ ਸੀ। ਮੇਰਾ ਸਰੀਰ ਕੰਬ ਰਿਹਾ ਸੀ। ਮੈਂ ਬੈੱਡ ਤੇ ਆ ਕੇ ਲੇਟ ਗਈ। ਮੈਨੂੰ ਆਪਣੇ ਆਪ ਤੋਂ ਡਰ ਲੱਗ ਰਿਹਾ ਸੀ। ਮਨ ਵਿੱਚ ਅਜੀਬ ਜਿਹੇ ਖਿਆਲ ਆ ਰਹੇ ਸਨ ਕਿ ਆਖਰ ਇਹ ਲਾਲ ਰੰਗ ਦੇ ਨਿਸ਼ਾਨ ਮੇਰੇ ਸਰੀਰ ਤੇ ਕਿਸਨੇ ਲਾਏ ਸੀ। ਪਰ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਹ ਕੋਈ ਮਜ਼ਾਕ ਤਾਂ ਨਹੀਂ, ਅੱਧੀ ਰਾਤ ਨੂੰ ਕਿਸੇ ਕੀੜੇ ਨੇ ਤਾਂ ਨਹੀਂ ਮੈਨੂੰ ਕੱਟ ਲਿਆ। ਪਤਾ ਨਹੀਂ ਇਹ ਸਭ ਕੀ ਸੀ। ਇਹ ਮਜ਼ਾਕ ਮੇਰੀ ਜਠਾਣੀ ਦੀ ਬੇਟੀ ਮਨੂ ਨੇ ਤਾਂ ਨਹੀਂ ਕੀਤਾ। ਮੈਨੂੰ ਇਹ ਸੋਚ ਕੇ ਥੋੜੀ ਜਿਹੀ ਤਸੱਲੀ ਹੋਈ ਕਿ ਸ਼ਾਇਦ ਕੋਈ ਮਜ਼ਾਕ ਹੋ ਸਕਦਾ, ਕਿਉਂਕਿ ਮੈਨੂੰ ਆਪਣੇ ਸਰੀਰ ਤੇ ਕਿਸੇ ਕਿਸਮ ਦਾ ਦਰਦ ਜਾਂ ਤਕਲੀਫ ਮਹਿਸੂਸ ਨਹੀਂ ਹੋ ਰਹੀ ਸੀ। ਜਦੋਂ ਮੈਂ ਸਵੇਰੇ ਨਾਸ਼ਤਾ ਕਰਨ ਥੱਲੇ ਗਈ ਤਾਂ ਸਭ ਕੁਝ ਨਾਰਮਲ ਸੀ। ਨਾਸ਼ਤੇ ਦੀ ਮੇਜ਼ ਤੇ ਸਾਰੇ ਬੈਠੇ ਮੇਰਾ ਇੰਤਜ਼ਾਰ ਕਰ ਰਹੇ ਸਨ। ਮੇਰਾ ਉਦਾਸ ਚਿਹਰਾ ਦੇਖ ਕੇ ਮੇਰੀ ਸੱਸ ਨੇ ਮੈਨੂੰ ਪੁੱਛਿਆ, ਕੀ ਗੱਲ ਆ ਬਹੂ, ਤੂੰ ਉਦਾਸ ਲੱਗ ਰਹੀ ਆ? ਮੈਂ ਕਿਹਾ, ਨਹੀਂ ਮੰਮੀ ਜੀ, ਅਜਿਹੀ ਕੋਈ ਗੱਲ ਨਹੀਂ ਆ, ਮੈਂ ਉਦਾਸ ਨਹੀਂ ਆ, ਮੈਂ ਠੀਕ ਆ। ਪਰ ਉਹਨਾਂ ਸਾਰਿਆਂ ਦੇ ਚਿਹਰਿਆਂ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਸੀ ਕਿ ਉਹਨਾਂ ਵਿੱਚੋਂ ਕਿਸੇ ਨੇ ਮੇਰੇ ਨਾਲ ਮਜ਼ਾਕ ਕੀਤਾ ਹੋਵੇ। ਫਿਰ ਮੇਰੇ ਜੇਠ ਨੇ ਮੇਰੇ ਵੱਲ ਮੁਸਕਰਾ ਕੇ ਪੁੱਛਿਆ, ਕੋਈ ਗੱਲ ਹੈ, ਤੂੰ ਉਦਾਸ ਲੱਗ ਰਹੀ ਆ? ਮੈਂ ਕਿਹਾ, ਕੁਝ ਨਹੀਂ ਵੀਰ ਜੀ, ਬਸ ਰੌਸ਼ਨ ਦੀ ਯਾਦ ਆ ਰਹੀ ਆ, ਸ਼ਾਇਦ ਇਸੇ ਕਰਕੇ ਮੈਂ ਉਦਾਸ ਹਾਂ। ਰੌਸ਼ਨ ਮੇਰੇ ਪਤੀ ਦਾ ਨਾਮ ਸੀ। ਇਹ ਮੈਨੂੰ ਸਾਰਿਆਂ ਨੇ ਦਿਲਾਸਾ ਦਿੱਤਾ ਤੇ ਕਿਹਾ, ਟੈਨਸ਼ਨ ਨਾ ਲੈ, ਹੌਲੀ ਹੌਲੀ ਇਹ ਸਭ ਦੀ ਆਦਤ ਪੈ ਜਾਵੇਗੀ। ਮੈਂ ਸਾਰਿਆਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਮੇਰੇ ਹੱਥਾਂ ਪੈਰਾਂ ਤੇ ਇਹ ਲਾਲ ਨਿਸ਼ਾਨ ਕਿਸ ਨੇ ਲਾਇਆ ਸੀ। ਮੇਰੇ ਹੱਥਾਂ ਤੇ ਅਜੇ ਵੀ ਮਾਮੂਲੀ ਨਿਸ਼ਾਨ ਬਾਕੀ ਸੀ ਤੇ ਬਾਕੀ ਸਾਰੇ ਨਿਸ਼ਾਨ ਮੇਰੇ ਸਰੀਰ ਤੋਂ ਗਾਇਬ ਹੋ ਗਏ ਸਨ। ਮੈਂ ਉਹਨਾਂ ਨੂੰ ਕੁਝ ਪੁੱਛ ਵੀ ਨਹੀਂ ਸਕੀ, ਸਗੋਂ ਉਹੀ ਲੋਕ ਮੈਨੂੰ ਸਵਾਲ ਪੁੱਛਣ ਲੱਗੇ। ਮੇਰੇ ਹੱਥਾਂ ਤੇ ਨਿਸ਼ਾਨ ਦੇਖ ਕੇ ਮੇਰੀ ਜਠਾਣੀ ਦੀ ਧੀ ਮੈਨੂੰ ਪੁੱਛਣ ਲੱਗੀ, ਤੁਸੀਂ ਆਪਣੇ ਹੱਥਾਂ ਤੇ ਲਿਪਸਟਿਕ ਲਗਾਈ ਹੋਈ ਆ? ਅਜਿਹਾ ਲੱਗਦਾ ਕਿ ਸ਼ਾਇਦ ਤੁਹਾਡੇ ਤੋਂ ਲਿਪਸਟਿਕ ਠੀਕ ਤਰ੍ਹਾਂ ਨਹੀਂ ਲੱਗੀ ਹੋਣੀ, ਇਸ ਲਈ ਤੁਸੀਂ ਇਸ ਨੂੰ ਆਪਣੇ ਹੱਥਾਂ ਨਾਲ ਪੂੰਝਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਇਹ ਤੁਹਾਡੇ ਹੱਥਾਂ ਤੇ ਲੱਗ ਗਈ। ਉਸ ਦੀ ਗੱਲ ਸੁਣ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਕੰਮ ਉਹਨਾਂ ਵਿੱਚੋਂ ਕਿਸੇ ਦਾ ਨਹੀਂ। ਮਨੂ ਦੀਆਂ ਗੱਲਾਂ ਸੁਣ ਕੇ ਮੈਂ ਮੁਸਕਰਾ ਦਿੱਤਾ। ਉਸ ਤੋਂ ਬਾਅਦ ਕੁਝ ਦਿਨ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਇਆ। ਫਿਰ ਮੇਰੀ ਜਠਾਣੀ ਦੀ ਤਬੀਅਤ ਖਰਾਬ ਰਹਿਣ ਲੱਗੀ ਅਤੇ ਸਾਰਿਆਂ ਦਾ ਧਿਆਨ ਉਸ ਵੱਲ ਸੀ। ਪਰ ਫਿਰ ਇੱਕ ਦਿਨ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ। ਮੇਰੀ ਜਠਾਣੀ ਦੀ ਤਬੀਅਤ ਠੀਕ ਨਹੀਂ ਹੋਈ ਤੇ ਕੁਝ ਹੀ ਸਮੇਂ ਵਿੱਚ ਉਹ ਇਸ ਦੁਨੀਆ ਤੋਂ ਚਲੀ ਗਈ। ਮੇਰੀ ਜਠਾਣੀ ਬਹੁਤ ਚੰਗੀ ਔਰਤ ਸੀ। ਉਸਨੇ ਕਦੇ ਵੀ ਮੇਰੇ ਨਾਲ ਦੁਰਵਿਵਹਾਰ ਨਹੀਂ ਕੀਤਾ ਸੀ ਤੇ ਨਾ ਹੀ ਉਸਨੇ ਕਦੇ ਮੈਨੂੰ ਛੋਟੀ ਸਮਝਿਆ ਸੀ। ਉਹ ਮੈਨੂੰ ਆਪਣੀਆਂ ਛੋਟੀਆਂ ਭੈਣਾਂ ਵਾਂਗ ਸਮਝਦੀ ਸੀ, ਪਰ ਸ਼ਾਇਦ ਉਸਦੀ ਜ਼ਿੰਦਗੀ ਇੰਨੀ ਹੀ ਲਿਖੀ ਹੋਈ ਸੀ। ਮੇਰੀ ਜਠਾਣੀ ਦੀ ਮੌਤ ਤੋਂ ਬਾਅਦ ਮੇਰੇ ਪਤੀ ਵੀ ਘਰ ਵਾਪਸ ਆਏ ਤੇ ਮੈਂ ਆਪਣੇ ਪਤੀ ਨੂੰ ਦਿਲਾਸਾ ਦਿੱਤਾ, ਕਿਉਂਕਿ ਉਹ ਆਪਣੀ ਭਰਜਾਈ ਦੀ ਅਚਾਨਕ ਮੌਤ ਤੋਂ ਬਹੁਤ ਦੁਖੀ ਸੀ। ਪਰ ਉਹਨਾਂ ਨੇ ਤਾਂ ਆਪਣੇ ਕੰਮ ਦੀ ਇੱਕ ਨਾ ਇੱਕ ਦਿਨ ਵਾਪਸ ਜਾਣਾ ਹੀ ਸੀ। ਮੇਰੀ ਜਠਾਣੀ ਦੀ ਮੌਤ ਤੋਂ ਬਾਅਦ 10 ਦਿਨਾਂ ਬਾਅਦ ਮੇਰੇ ਪਤੀ ਵਾਪਸ ਚਲੇ ਗਏ। ਮੈਂ ਉਹ ਹਾਦਸਾ ਭੁੱਲ ਗਈ ਜੋ ਮੇਰੇ ਨਾਲ ਪਹਿਲਾਂ ਵਾਪਰਿਆ ਸੀ। ਉਹ ਗੱਲ ਤਾਂ ਮੇਰੇ ਦਿਮਾਗ ਵਿੱਚੋਂ ਬਿਲਕੁਲ ਨਿਕਲ ਗਈ। ਮੇਰੀ ਜਠਾਣੀ ਦੀ ਮੌਤ ਤੋਂ ਬਾਅਦ ਘਰ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ। ਦਿਲ ਵਿੱਚ ਦੁੱਖ ਤਾਂ ਸੀ, ਪਰ ਛੱਡਣ ਵਾਲਿਆਂ ਨਾਲ ਸਭ ਕੁਝ ਨਹੀਂ ਰੁਕਦਾ। ਸਾਰੇ ਕੰਮ ਹੌਲੀ ਹੌਲੀ ਆਪੋ ਆਪਣੇ ਕੰਮਾਂ ਤੇ ਜਾਣ ਲੱਗੇ। ਇੱਕ ਦਿਨ ਮੇਰੀ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ ਸੀ। ਮੇਰੇ ਜੇਠ ਨੇ ਮੇਰਾ ਚਿਹਰਾ ਦੇਖਿਆ ਤਾਂ ਪੁੱਛਿਆ, ਕੀ ਹੋਇਆ, ਤੇਰੀ ਤਬੀਅਤ ਠੀਕ ਨਹੀਂ? ਮੈਂ ਆਪਣੇ ਜੇਠ ਨੂੰ ਕਿਹਾ, ਵੀਰ ਜੀ, ਅੱਜ ਮੇਰੀ ਪਿੱਠ ਵਿੱਚ ਦਰਦ ਹੋ ਰਿਹਾ। ਮੇਰਾ ਜੇਠ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗਾ, ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੈਨੂੰ ਇੱਕ ਗੱਲ ਕਹਾਂ। ਮੈਂ ਕਿਹਾ, ਬੋਲੋ ਵੀਰ ਜੀ। ਤਾਂ ਉਹ ਕਹਿਣ ਲੱਗਿਆ, ਮੈਂ ਤੇਰੀ ਕਮਰ ਤੇ ਮੂਵ ਲਗਾ ਦਿੰਨਾ, ਜਿਸ ਨਾਲ ਤੇਰੀ ਕਮਰ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ। ਮੇਰੇ ਜੇਠ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਸ਼ਰਮ ਆ ਰਹੀ ਸੀ। ਮੈਂ ਕਿਹਾ, ਨਹੀਂ, ਮੈਂ ਆਪ ਹੀ ਲਗਾ ਲਵਾਂਗੀ, ਤੁਹਾਨੂੰ ਲਗਾਉਣ ਦੀ ਕੋਈ ਲੋੜ ਨਹੀਂ। ਪਰ ਉਹ ਹੱਸ ਕੇ ਕਹਿਣ ਲੱਗੇ, ਇਸ ਵਿੱਚ ਕੀ ਮਾੜੀ ਗੱਲ ਆ? ਤੂੰ ਵੀ ਤਾਂ ਇਸ ਘਰ ਦੀ ਮੈਂਬਰ ਆ, ਮੈਂ ਤੇਰੇ ਲਈ ਇੰਨਾ ਤਾਂ ਕਰ ਸਕਦਾ। ਤੇਰੀ ਜਠਾਣੀ ਨੂੰ ਵੀ ਪਿੱਠ 'ਚ ਬਹੁਤ ਦਰਦ ਹੁੰਦਾ ਸੀ। ਮੈਂ ਹਰ ਰੋਜ਼ ਉਸ ਦੀ ਕਮਰ ਤੇ ਮੂਵ ਲਗਾਉਂਦਾ ਸੀ ਤਾਂ ਉਹਦੀ ਕਮਰ ਵੀ ਚੰਗੀ ਤਰ੍ਹਾਂ ਮਾਲਿਸ਼ ਕਰਦਾ ਸੀ। ਮਾਲਿਸ਼ ਨਾਲ ਪਿੱਠ ਦਾ ਦਰਦ ਠੀਕ ਹੋ ਜਾਂਦਾ ਸੀ। ਜਦੋਂ ਤੇਰੀ ਜਠਾਣੀ ਜਿਉਂਦੀ ਸੀ ਉਹ ਮੇਰੀ ਬਹੁਤ ਤਾਰੀਫ ਕਰਦੀ ਸੀ। ਉਹ ਕਹਿੰਦੀ ਸੀ ਕਿ ਜੇ ਕਿਸੇ ਦੀ ਪਿੱਠ ਵਿੱਚ ਦਰਦ ਹੋਵੇ ਤਾਂ ਉਹ ਤੁਹਾਡੇ ਤੋਂ ਮਾਲਿਸ਼ ਕਰਵਾ ਲਵੇ, ਉਸ ਦੀ ਪਿੱਠ ਦਾ ਦਰਦ ਝੱਟ ਹੀ ਦੂਰ ਹੋ ਜਾਵੇਗਾ। ਉਹ ਉਦਾਸ ਹੋ ਕੇ ਕਹਿਣ ਲੱਗੇ, ਪਰ ਜੇ ਤੂੰ ਮੈਨੂੰ ਅਜਨਬੀ ਸਮਝ ਰਹੀ ਆ ਤਾਂ ਠੀਕ ਆ। ਮੇਰਾ ਇਰਾਦਾ ਉਹਨਾਂ ਨੂੰ ਦੁਖੀ ਕਰਨ ਦਾ ਨਹੀਂ ਸੀ। ਆਖਰ ਮੈਂ ਝਿਜਕਦੇ ਹੋਏ ਮਨ ਨਾਲ ਉਸ ਦਿਨ ਘਰ ਦੇ ਸਾਰੇ ਲੋਕ ਮੰਦਰ ਗਏ ਹੋਏ ਸੀ। ਘਰ ਵਿੱਚ ਮੈਂ ਤੇ ਮੇਰਾ ਜੇਠ ਹੀ ਮੌਜੂਦ ਸੀ।
ਮੇਰੇ ਕਮਰ ਦਾ ਦਰਦ ਕਾਰਨ ਮੈਂ ਮੰਦਰ ਨਹੀਂ ਜਾ ਸਕੀ। ਮੈਂ ਲੇਟ ਗਈ ਤੇ ਮੇਰੇ ਜੇਠ ਮੇਰੇ ਕਮਰੇ ਵਿੱਚ ਗਿਆ ਤੇ ਕਮਰੇ ਵਿੱਚੋਂ ਮੂਵ ਲਿਆ ਕੇ ਮੇਰੀ ਕਮਰ ਤੇ ਲਗਾਉਣ ਲੱਗਾ। ਉਹ ਬਹੁਤ ਚੰਗੀ ਤਰ੍ਹਾਂ ਮਾਲਿਸ਼ ਕਰ ਰਿਹਾ ਸੀ। ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ। ਜਦੋਂ ਮਸਾਜ ਖਤਮ ਹੋ ਗਈ ਉਸਨੇ ਮੁਸਕਰਾਇਆ ਤੇ ਪੁੱਛਿਆ, ਮੈਨੂੰ ਦੱਸ ਤੂੰ ਹੁਣ ਕਿਵੇਂ ਮਹਿਸੂਸ ਕਰ ਰਹੀ ਆ? ਮੈਂ ਵੀ ਹੱਸ ਕੇ ਜਵਾਬ ਦਿੱਤਾ, ਤੁਸੀਂ ਬਹੁਤ ਵਧੀਆ ਮਸਾਜ ਕਰਦੇ ਹੋ। ਮੇਰੀ ਪਿੱਠ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਗਿਆ। ਉਹ ਕਹਿਣ ਲੱਗੇ, ਹੁਣ ਦੇਖ ਮੈਂ ਇਸੇ ਮੂਵ ਨਾਲ ਤੇਰੇ ਪੈਰਾਂ ਤੇ ਮਾਲਿਸ਼ ਕਰਾਂਗਾ। ਤੇਰੇ ਪੈਰਾਂ ਨੂੰ ਬਹੁਤ ਵਧੀਆ ਮਹਿਸੂਸ ਹੋਵੇਗਾ ਤੇ ਤੈਨੂੰ ਬਹੁਤ ਆਰਾਮ ਮਿਲੇਗਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ ਉਸਨੇ ਆਪਣੇ ਹੱਥਾਂ ਨਾਲ ਮੇਰੇ ਪੈਰਾਂ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਂ ਚੁੱਪ ਹੋ ਗਈ ਕਿਉਂਕਿ ਮੈਨੂੰ ਸ਼ਰਮ ਆ ਰਹੀ ਸੀ। ਉਸ ਮੂਵ ਦੀ ਮਹਿਕ ਬਹੁਤ ਤੇਜ਼ ਸੀ। ਮੇਰਾ ਜੇਠ ਮਾਲਿਸ਼ ਕਰਕੇ ਚਲਾ ਗਿਆ ਤੇ ਸਾਰੇ ਮੰਦਰ ਤੋਂ ਘਰ ਵਾਪਸ ਆ ਗਏ। ਮੈਂ ਬਹੁਤ ਰਾਹਤ ਮਹਿਸੂਸ ਕਰ ਰਹੀ ਸੀ। ਇਸ ਲਈ ਮੈਂ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ। ਮੈਨੂੰ ਇੱਕ ਅਜੀਬ ਜਿਹਾ ਨਸ਼ਾ ਮਹਿਸੂਸ ਹੋ ਰਿਹਾ ਸੀ। ਮੈਂ ਇੰਨਾ ਆਰਾਮ ਅਤੇ ਸ਼ਾਂਤੀ ਮਹਿਸੂਸ ਕਰ ਰਹੀ ਸੀ ਕਿ ਮੈਨੂੰ ਨੀਂਦ ਆ ਗਈ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਦੋਂ ਗੂੜੀ ਨੀਂਦ ਵਿੱਚ ਸੌਂ ਗਈ। ਉਸ ਰਾਤ ਮੈਂ ਬਹੁਤ ਸ਼ਾਂਤੀ ਨਾਲ ਸੁੱਤੀ ਸੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕਮਰੇ ਵਿੱਚ ਕੋਈ ਹੈ। ਮੈਂ ਆਪਣੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਨੇ ਮੈਨੂੰ ਇਸ ਤਰ੍ਹਾਂ ਘੇਰ ਲਿਆ ਸੀ ਕਿ ਮੈਂ ਆਪਣੀਆਂ ਅੱਖਾਂ ਖੋਲ੍ਹ ਕੇ ਦੇਖ ਵੀ ਨਾ ਸਕੀ। ਪਰ ਜਦੋਂ ਸਵੇਰ ਹੋਈ ਤਾਂ ਮੈਂ ਫਿਰ ਬੁਰੀ ਤਰ੍ਹਾਂ ਡਰ ਗਈ। ਕਈ ਵਾਰ ਮੈਂ ਹੋਸ਼ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹੀ ਹੋਇਆ ਜਿਸ ਨੇ ਮੈਨੂੰ ਫਿਰ ਡਰਾ ਦਿੱਤਾ। ਮੇਰੇ ਹੱਥਾਂ ਪੈਰਾਂ ਤੇ ਲਾਲ ਨਿਸ਼ਾਨ ਸਨ ਤੇ ਮੂਵ ਦੀ ਬਦਬੂ ਇਸ ਤਰ੍ਹਾਂ ਆ ਰਹੀ ਸੀ ਜਿਵੇਂ ਮਾਲਿਸ਼ ਸ਼ਾਮ ਨੂੰ ਨਹੀਂ ਥੋੜ੍ਹੀ ਦੇਰ ਪਹਿਲਾਂ ਹੀ ਕੀਤੀ ਹੋਵੇ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਮਾਲਿਸ਼ ਤਾਂ ਸ਼ਾਮ ਨੂੰ ਕੀਤੀ ਸੀ। ਫਿਰ ਕਮਰੇ ਵਿੱਚੋਂ ਇੰਨੀ ਤੇਜ਼ ਬਦਬੂ ਕਿੱਥੋਂ ਆ ਰਹੀ ਸੀ? ਮੈਨੂੰ ਯਾਦ ਆਇਆ ਕਿ ਜਦੋਂ ਮੈਂ ਵਾਸ਼ਰੂਮ ਵਿੱਚ ਗਈ ਸੀ ਤਾਂ ਆਪਣੇ ਪੂਰੇ ਸਰੀਰ ਨੂੰ ਦੇਖਿਆ ਸੀ। ਮੇਰੇ ਸਾਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਸਨ। ਇੱਕ ਵਾਰ ਫਿਰ ਮੇਰੇ ਨਾਲ ਉਹੀ ਘਟਨਾ ਵਾਪਰੀ ਤੇ ਮੈਂ ਰੋਣ ਲੱਗ ਪਈ। ਉਹਨਾਂ ਲਾਲ ਨਿਸ਼ਾਨ ਤੋਂ ਛੁਟਕਾਰਾ ਪਾਉਣ ਲਈ ਮੈਂ ਆਪਣੇ ਸਾਰੇ ਸਰੀਰ ਤੇ ਪਾਣੀ ਪਾਇਆ ਤੇ ਇਸ਼ਨਾਨ ਕਰਨ ਲੱਗ ਪਈ। ਮੈਂ ਬਹੁਤ ਡਰੀ ਹੋਈ ਸੀ। ਇਹ ਕਿਵੇਂ ਹੋ ਸਕਦਾ? ਆਖਰਕਾਰ ਇਹ ਲਾਲ ਨਿਸ਼ਾਨ ਮੇਰੇ ਹੱਥਾਂ ਪੈਰਾਂ ਤੇ ਪੂਰੇ ਸਰੀਰ ਤੇ ਕਿੱਥੋਂ ਆਉਂਦੇ ਆ? ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਨਿਸ਼ਾਨ ਕੌਣ ਲਗਾਉਂਦਾ। ਮੇਰੇ ਮਨ ਵਿੱਚ ਅਜੀਬ ਖਿਆਲ ਆ ਰਹੇ ਸੀ। ਮੈਂ ਵੈਸੇ ਵੀ ਬਹੁਤ ਡਰੀ ਹੋਈ ਸੀ ਤੇ ਮੈਂ ਸ਼ੁਰੂ ਤੋਂ ਹੀ ਡਰਪੋਕ ਸੀ। ਮੈਨੂੰ ਪਤਾ ਲੱਗਾ ਕਿ ਇਹ ਕੰਮ ਕਿਸੇ ਅਜਨਬੀ ਨੇ ਕੀਤਾ। ਮੈਂ ਬਹੁਤ ਡਰ ਗਈ। ਮੈਂ ਇਹ ਸੋਚ ਕੇ ਡਰ ਲੱਗ ਪਈ ਕਿ ਸੌਣ ਤੋਂ ਬਾਅਦ ਇਹ ਲਾਲ ਰੰਗ ਮੇਰੇ ਹੱਥਾਂ ਪੈਰਾਂ ਤੇ ਕੌਣ ਲਗਾ ਦਿੰਦਾ। ਮੈਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ। ਆਖਰਕਾਰ ਮੇਰੇ ਸਰੀਰ ਤੇ ਨਿਸ਼ਾਨ ਲਾਉਂਦਾ ਕੌਣ ਆ? ਜਦੋਂ ਮੈਂ ਵਾਸ਼ਰੂਮ ਵਿੱਚ ਜਾ ਕੇ ਨਿਸ਼ਾਨ ਹਟਾਉਣ ਦੀ ਕੋਸ਼ਿਸ਼ ਕਰਦੀ ਤਾਂ ਉੱਤਰ ਵੀ ਜਾਂਦੇ ਤੇ ਕੋਈ ਹਲਕਾ ਜਿਹਾ ਨਿਸ਼ਾਨ ਵੀ ਰਹਿ ਜਾਂਦਾ। ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਣਾ ਚਾਹੁੰਦੀ ਸੀ। ਮੇਰੇ ਨਾਲ ਅਜਿਹਾ ਕਿਵੇਂ ਹੋ ਸਕਦਾ? ਇਹ ਸਭ ਸੋਚ ਕੇ ਮੇਰਾ ਸਿਰ ਦੁਖਣ ਲੱਗਦਾ ਤੇ ਮੇਰੀ ਸਿਹਤ ਵੀ ਵਿਗੜਨ ਲੱਗਦੀ। ਕੰਮ ਤੋਂ ਵਿਹਲੀ ਹੋ ਕੇ ਮੈਂ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਤੇ ਦਵਾਈ ਲੈਣ ਲੱਗੀ। ਜਿਵੇਂ ਹੀ ਮੈਂ ਦਵਾਈ ਲੈਣ ਲਈ ਦਰਾਜ਼ ਖੋਲ੍ਹਿਆ ਤਾਂ ਉੱਥੇ ਮੂਵ ਪਈ ਹੋਈ ਸੀ। ਬਹੁਤ ਸਾਰੀਆਂ ਮੂਵ ਦੀਆਂ ਟਿਊਬਾਂ ਰੱਖੀਆਂ ਹੋਈਆਂ ਸਨ। ਉਸ ਤੋਂ ਮੈਨੂੰ ਪਤਾ ਲੱਗਾ ਕਿ ਇਹ ਉਹੀ ਮੂਵ ਟਿਊਬ ਆ ਜਿਨ੍ਹਾਂ ਦੀ ਖੁਸ਼ਬੂ ਮੇਰੇ ਕਮਰੇ ਵਿੱਚੋਂ ਆਉਂਦੀ ਆ। ਪਰ ਸੋਚਣ ਵਾਲੀ ਗੱਲ ਇਹ ਆ ਕਿ ਮੇਰੇ ਕਮਰੇ ਵਿੱਚੋਂ ਇੰਨੇ ਸਾਰੇ ਮੂਵ ਕਿੱਥੋਂ ਆਏ? ਮੇਰੇ ਕੋਲ ਸਿਰਫ ਇੱਕ ਮੂਵ ਦੀ ਟਿਊਬ ਸੀ। ਮੈਂ ਕਦੇ ਵੀ ਇੰਨੇ ਸਾਰੇ ਨਹੀਂ ਲੈ ਕੇ ਆਈ ਸੀ। ਨਾ ਹੀ ਮੈਂ ਕਦੇ ਇੰਨੀਆਂ ਟਿਊਬਾਂ ਦੀ ਵਰਤੋਂ ਕੀਤੀ ਸੀ। ਪਰ ਸ਼ਾਮ ਨੂੰ ਜੋ ਮੇਰੇ ਮੂਵ ਲਾਈ ਸੀ ਉਹ ਤਾਂ ਮੇਰਾ ਜੇਠ ਆਪਣੇ ਕਮਰੇ 'ਚੋਂ ਲਿਆਇਆ ਸੀ। ਇਹ ਸਭ ਸੋਚਦਿਆਂ ਮੈਂ ਇਹ ਵੀ ਭੁੱਲ ਗਈ ਕਿ ਮੈਂ ਦਵਾਈ ਲੈਣ ਲਈ ਡਰਾ ਖੋਲ੍ਹੀ ਸੀ। ਪਰ ਇਸ ਮੂਵ ਦੀ ਮਹਿਕ ਬਹੁਤ ਤੇਜ਼ ਸੀ। ਇਸ ਨੂੰ ਸੁੰਘ ਕੇ ਮੈਨੂੰ ਚੱਕਰ ਆਉਣ ਲੱਗੇ। ਮੈਂ ਉਸ ਮੂਵ ਦੀ ਟਿਊਬ ਨੂੰ ਉੱਥੇ ਹੀ ਰੱਖ ਦਿੱਤਾ ਤੇ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਮੂਵ ਆ ਜਿਸ ਦੀ ਵੱਖਰੀ ਹੀ ਖੁਸ਼ਬੂ ਆ। ਤੇ ਮੇਰੇ ਕਮਰੇ ਵਿੱਚ ਬਹੁਤ ਸਾਰੀਆਂ ਮੂਵ ਦੀਆਂ ਪੈਕਟ ਮੌਜੂਦ ਸੀ। ਪਰ ਅਚਾਨਕ ਮੇਰੇ ਮਨ ਵਿੱਚ ਖਿਆਲ ਆਇਆ। ਜਦੋਂ ਮੈਂ ਆਪਣੇ ਹੱਥ ਪੈਰ ਵੱਲ ਦੇਖਿਆ ਤਾਂ ਦੇਖਦਿਆਂ ਹੀ ਮੇਰੇ ਹੱਥਾਂ ਪੈਰਾਂ ਤੇ ਲਾਲ ਨਿਸ਼ਾਨ ਦੇ ਰੰਗਾਂ ਨਾਲ ਸੋਜ ਸੀ। ਹੱਥਾਂ ਪੈਰਾਂ ਵਿੱਚੋਂ ਮੂਵ ਦੀ ਬਹੁਤ ਤੇਜ਼ ਬਦਬੂ ਆ ਰਹੀ ਸੀ। ਮੈਂ ਬਹੁਤ ਡਰੀ ਹੋਈ ਸੀ। ਮੇਰੇ ਨਾਲ ਇਹ ਸਭ ਕੀ ਹੋ ਰਿਹਾ? ਇਹ ਲਾਲ ਰੰਗ ਮੇਰੇ ਸਰੀਰ ਤੇ ਕਿਵੇਂ ਲੱਗ ਜਾਂਦਾ? ਮੂਵ ਦੇ ਟਿਊਬ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਕਿਸੇ ਨੇ ਇਹਨਾਂ ਦੀ ਵਰਤੋਂ ਕੀਤੀ ਹੋਵੇ। ਇਹ ਮੇਰੇ ਤੇ ਵੀ ਵਰਤੀ ਗਈ ਹੋਵੇ। ਮੈਂ ਕਮਰੇ ਤੋਂ ਬਾਹਰ ਗਈ ਤੇ ਨਾਰਮਲ ਤਰੀਕੇ ਨਾਲ ਵਿਵਹਾਰ ਕਰਨ ਲੱਗੀ। ਇਸ ਤੋਂ ਬਾਅਦ ਮੈਂ ਰਸੋਈ 'ਚ ਜਾ ਕੇ ਨਾਸ਼ਤਾ ਤਿਆਰ ਕੀਤਾ ਤੇ ਫਿਰ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਦਿਨ ਬੀਤ ਗਿਆ। ਪਰ ਮੈਂ ਬਹੁਤ ਤਣਾਅ ਮਹਿਸੂਸ ਕਰ ਰਹੀ ਸੀ ਤੇ ਮੈਂ ਸੋਚਿਆ ਕਿ ਸ਼ਾਇਦ ਅੱਜ ਰਾਤ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਣਾ। ਪਰ ਮੈਂ ਗਲਤ ਸਾਬਤ ਹੋਈ। ਅਗਲੇ ਦਿਨ ਸਵੇਰੇ ਉੱਠਦਿਆਂ ਹੀ ਮੇਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਸਨ ਤੇ ਅੱਜ ਮੇਰੇ ਸਾਰੇ ਸਰੀਰ ਤੇ ਸੋਜ ਵੀ ਸੀ। ਇਹ ਸਭ ਦੇਖ ਕੇ ਮੈਂ ਉੱਚੀ ਉੱਚੀ ਚੀਕਣ ਲੱਗੀ। ਚੀਕਾਂ ਪੂਰੇ ਘਰ ਵਿੱਚ ਗੂੰਜ ਰਹੀਆਂ ਸੀ। ਮੇਰਾ ਰਾਲਾ ਸੁਣ ਕੇ ਮੇਰੀ ਸੱਸ ਅਤੇ ਮੇਰੇ ਜੇਠ ਦੀ ਕੁੜੀ ਮੇਰੇ ਕਮਰੇ 'ਚ ਆ ਗਈਆਂ। ਮੇਰੇ ਸਰੀਰ ਤੇ ਅਜਿਹੇ ਲਾਲ ਰੰਗ ਦੇ ਨਿਸ਼ਾਨ ਤੇ ਸੋਜ ਦੇਖ ਕੇ ਉਹ ਹੈਰਾਨ ਰਹਿ ਗਈਆਂ ਤੇ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗੀਆਂ। ਮੇਰੀ ਸੱਸ ਮੈਨੂੰ ਪੁੱਛਣ ਲੱਗੀ, ਤੈਨੂੰ ਕੀ ਹੋਇਆ? ਇਹ ਲਾਲ ਨਿਸ਼ਾਨ ਕਿਵੇਂ ਲੱਗੇ ਆ?
ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਹਾਂ। ਮੈਂ ਹਿੰਮਤ ਇਕੱਠੀ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਇਹ ਸਭ ਕਿਵੇਂ ਹੋਇਆ ਤੇ ਇਹ ਕਿੰਨੇ ਸਮੇਂ ਤੋਂ ਹੋ ਰਿਹਾ। ਮੇਰੀ ਸੱਸ ਅਤੇ ਮਨੂ ਬੜੇ ਧਿਆਨ ਨਾਲ ਮੈਨੂੰ ਦੇਖ ਰਹੀਆਂ ਸੀ। ਫਿਰ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਤੂੰ ਰਾਤ ਨੂੰ ਕੁਝ ਖਾਧਾ ਹੋਵੇਗਾ ਜਿਸ ਕਾਰਨ ਤੇਰਾ ਸਰੀਰ ਸੁੱਜ ਗਿਆ ਅਤੇ ਇਹ ਲਿਪਸਟਿਕ ਦੇ ਨਿਸ਼ਾਨ ਹਨ। ਤੂੰ ਹੀ ਇਸ ਨੂੰ ਆਪਣੇ ਸਰੀਰ ਤੇ ਲਗਾਇਆ ਹੋਵੇਗਾ ਤੇ ਬਿਨਾਂ ਧੋਤੇ ਹੀ ਸੌਂ ਗਈ। ਇਸ ਕਾਰਨ ਤੇਰੇ ਸਾਰੇ ਕੱਪੜਿਆਂ ਤੇ ਲਿਪਸਟਿਕ ਲੱਗ ਗਈ ਆ। ਇਹ ਗੱਲ ਸੁਣ ਕੇ ਮੈਂ ਹੋਰ ਵੀ ਰੋਣ ਲੱਗ ਪਈ ਤੇ ਸੋਚਣ ਲੱਗੀ ਕਿ ਇਹਨਾਂ ਲੋਕਾਂ ਨੂੰ ਮੈਂ ਕਿਵੇਂ ਸਮਝਾਵਾਂ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ। ਫਿਰ ਕੁਝ ਸਮੇਂ ਬਾਅਦ ਮੈਂ ਕਿਹਾ ਕਿ ਮੇਰੇ ਕਮਰੇ ਵਿੱਚ ਕੋਈ ਆਉਂਦਾ ਜਿਸ ਨੇ ਇਹ ਕੀਤਾ। ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਤੇ ਮੇਰੀ ਜੇਠ ਦੀ ਕੁੜੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਈਆਂ ਤੇ ਕਹਿਣ ਲੱਗੀਆਂ ਕਿ ਇੱਥੇ ਕੋਈ ਨਹੀਂ ਆਉਂਦਾ, ਸਾਰੇ ਆਪਣੇ ਆਪਣੇ ਕੰਮ ਤੱਕ ਮਤਲਬ ਰੱਖਦੇ ਆ, ਤੈਨੂੰ ਗਲਤਫਹਿਮੀ ਹੋਈ ਆ। ਇਹ ਕਹਿ ਕੇ ਉਹਨਾਂ ਨੇ ਮੈਨੂੰ ਨਹਾਉਣ ਲਈ ਕਿਹਾ ਤੇ ਮੈਨੂੰ ਕਿਹਾ ਕਿ ਨਾਸ਼ਤਾ ਕਰਨ ਲਈ ਹੇਠਾਂ ਆ ਜਾ। ਉਸ ਤੋਂ ਬਾਅਦ ਗੱਲਾਂ ਕਰਾਂਗੇ। ਮੈਂ ਨਹਾ ਕੇ ਫਰੈਸ਼ ਹੋ ਗਈ ਤੇ ਕੱਪੜੇ ਵੀ ਬਦਲ ਲਏ ਸਨ ਤੇ ਆਪਣਾ ਕਮਰਾ ਸਾਫ਼ ਕਰਕੇ ਬਾਹਰ ਚਲੀ ਗਈ। ਪਰ ਮੇਰਾ ਜੇਠ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਿਆ। ਉਸਨੇ ਮੈਨੂੰ ਪੁੱਛਿਆ ਕੀ ਹੋਇਆ, ਤੂੰ ਪਰੇਸ਼ਾਨ ਲੱਗ ਰਹੀ ਆ। ਜੇ ਕੁਝ ਹੋਇਆ ਤਾਂ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ। ਇਹ ਸੁਣ ਕੇ ਉਹ ਚੁੱਪ ਹੋ ਗਏ ਤੇ ਕਿਹਾ ਚਿੰਤਾ ਨਾ ਕਰ, ਨਾਸ਼ਤਾ ਕਰ। ਨਾਸ਼ਤਾ ਕਰਨ ਤੋਂ ਬਾਅਦ ਮੇਰਾ ਜੇਠ ਮੇਰੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਚਿੰਤਾ ਨਾ ਕਰ, ਮੈਂ ਤੇਰੇ ਨਾਲ ਆ, ਮੈਂ ਤੈਨੂੰ ਕੁਝ ਨਹੀਂ ਹੋਣ ਦਿਆਂਗਾ। ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਤਸੱਲੀ ਹੋਈ ਤੇ ਉਸ ਤੋਂ ਬਾਅਦ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਡਰ ਨਾ ਬੇਟਾ, ਸਾਡੇ ਘਰ ਅਜਿਹਾ ਕੁਝ ਨਹੀਂ ਆ, ਤੂੰ ਬੇਵਜ੍ਹਾ ਚਿੰਤਾ ਕਰਦੀ ਆ। ਮੈਂ ਬੁੱਢੀ ਹੋ ਗਈ ਆ, ਮੈਨੂੰ ਤਾਂ ਅੱਜ ਤੱਕ ਕੁਝ ਨਹੀਂ ਹੋਇਆ ਤੇ ਅੱਜ ਤੱਕ ਮੈਂ ਇੱਥੇ ਅਜਿਹਾ ਕੁਝ ਮਹਿਸੂਸ ਵੀ ਨਹੀਂ ਕੀਤਾ, ਨਾ ਹੀ ਜੋ ਤੇਰੇ ਨਾਲ ਹੋ ਰਿਹਾ ਅਜਿਹਾ ਮੇਰੇ ਨਾਲ ਕਦੇ ਹੋਇਆ। ਇਹ ਕਿਵੇਂ ਹੋ ਸਕਦਾ ਤੇਰੇ ਕਮਰੇ ਵਿੱਚ ਕੋਈ ਆਵੇ ਤੇ ਤੈਨੂੰ ਪਤਾ ਵੀ ਨਾ ਲੱਗੇ? ਅਜਿਹਾ ਨਹੀਂ ਹੋ ਸਕਦਾ। ਤੂੰ ਖੁਦ ਹੀ ਲਿਪਸਟਿਕ ਲਗਾ ਕੇ ਰਹੀ ਹੋਵੇਗੀ ਤੇ ਸ਼ਾਇਦ ਉਹ ਲਿਪਸਟਿਕ ਤੇਰੇ ਹੱਥ ਨੂੰ ਲੱਗ ਗਈ ਹੋਵੇਗੀ, ਉਸ ਨਾਲ ਹੀ ਜਗ੍ਹਾ ਨਿਸ਼ਾਨ ਪੈ ਗਏ ਹੋਣਗੇ, ਤੂੰ ਭੁੱਲ ਗਈ ਹੋਵੇਗੀ, ਸੌਂ ਗਈ ਹੋਵੇਗੀ। ਇਹ ਸਿਰਫ ਤੇਰਾ ਭਰਮ ਆ, ਹੋਰ ਕੁਝ ਨਹੀਂ। ਸੱਸ ਦੀਆਂ ਗੱਲਾਂ ਸੁਣ ਕੇ ਮੈਂ ਉਸ ਵੱਲ ਦੇਖਿਆ ਤੇ ਕਿਹਾ ਮੰਮੀ ਜੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ? ਇਹ ਮੇਰਾ ਭੁਲੇਖਾ ਹੋ ਸਕਦਾ, ਮੈਂ ਇੰਨੀ ਵੱਡੀ ਗੱਲ ਕਿਵੇਂ ਭੁੱਲ ਸਕਦੀ ਹਾਂ। ਇਸ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿਵੇਂ ਸਵੀਕਾਰ ਕਰ ਸਕਦੀ ਸੀ ਕਿਉਂਕਿ ਮੇਰੇ ਨਾਲ ਜੋ ਵਾਪਰਿਆ ਸੀ ਉਹ ਬਹੁਤ ਅਜੀਬ ਗੱਲ ਸੀ। ਪਰ ਮੈਂ ਹੁਣ ਚੰਗੀ ਤਰ੍ਹਾਂ ਜਾਣ ਗਈ ਸੀ ਕਿ ਹੁਣ ਜੋ ਵੀ ਕਰਨਾ ਉਹ ਮੈਨੂੰ ਖੁਦ ਨਹੀਂ ਕਰਨਾ ਪਵੇਗਾ। ਇਹ ਲੋਕ ਕਦੇ ਵੀ ਮੇਰੀ ਗੱਲ ਨੂੰ ਨਹੀਂ ਸਮਝ ਸਕਦੇ। ਆਖਰਕਾਰ ਮੈਨੂੰ ਉਹਨਾਂ ਦੀ ਗੱਲ ਨਾਲ ਸਹਿਮਤ ਹੋਣਾ ਪਵੇਗਾ। ਮੈਂ ਰੋਜ਼ਾਨਾ ਵਾਂਗ ਆਪਣੇ ਕੰਮ ਵਿੱਚ ਰੁੱਝ ਗਈ। ਖੈਰ ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੇ ਨਾਲ ਉਹੀ ਵਾਪਰਿਆ ਜੋ ਮੇਰੇ ਨਾਲ ਪਹਿਲਾਂ ਹੋ ਰਿਹਾ ਸੀ। ਮੇਰੇ ਸਰੀਰ ਤੇ ਲਾਲ ਰੰਗ ਦੇ ਨਿਸ਼ਾਨ ਸਨ ਤੇ ਮੇਰੇ ਕਮਰੇ ਤੋਂ ਮੂਵੀ ਦੀ ਸਮੈਲ ਆ ਰਹੀ ਸੀ। ਅੱਜ ਮੈਂ ਹੈਰਾਨ ਨਹੀਂ ਸੀ, ਸਗੋਂ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਹੁਣ ਕਿਸੇ ਵੀ ਕੀਮਤ ਤੇ ਮੈਨੂੰ ਇਸ ਸੱਚਾਈ ਦਾ ਪਤਾ ਲਗਾਉਣਾ ਸੀ। ਮੇਰੇ ਨਾਲ ਅਜਿਹਾ ਕੌਣ ਕਰ ਰਿਹਾ? ਇਹ ਸਭ ਕੌਣ ਸੀ ਜੋ ਮੈਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀ? ਇਸ ਬਾਰੇ ਸੋਚਿਆ ਤੇ ਫਿਰ ਡਰ ਖੋਲ੍ਹਿਆ। ਜਿੱਥੇ ਮੂਵ ਟਿਊਬਾਂ ਅਜੇ ਵੀ ਮੌਜੂਦ ਸਨ, ਇੱਕ ਗੱਲ ਮੇਰੇ ਦਿਮਾਗ ਵਿੱਚ ਆਈ ਕਿ ਇਹ ਮੂਵ ਉਹੀ ਤਾਂ ਨਹੀਂ ਜਿਸ ਕਾਰਨ ਮੈਂ ਬੇਹੋਸ਼ ਹੋ ਕੇ ਸੌਂ ਜਾਂਦੀ ਹਾਂ। ਇਹ ਮੂਵ ਵਿੱਚ ਕੁਝ ਗੜਬੜ ਆ। ਮੈਂ ਨਾ ਕੁਝ ਸੋਚ ਸਕਦੀ ਸੀ ਤੇ ਨਾ ਹੀ ਕੁਝ ਸਮਝ ਸਕਦੀ ਸੀ। ਪਰ ਹੁਣ ਭੇਦ ਖੁੱਲ੍ਹਣ ਵਾਲਾ ਸੀ। ਮੈਂ ਤੁਰੰਤ ਮੂਵ ਦੀਆਂ 2 ਟਿਊਬਾਂ ਮੰਗਵਾਈਆਂ ਤੇ ਉਹਨਾਂ ਨੂੰ ਮੇਰੇ ਕੋਲ ਮੌਜੂਦ ਟਿਊਬਾਂ ਨਾਲ ਮਿਲਾ ਕੇ ਦੇਖਿਆ। ਦੋਹਾਂ ਵਿੱਚ ਕਾਫੀ ਫਰਕ ਸੀ। ਬਾਜ਼ਾਰ ਤੋਂ ਖਰੀਦੀਆਂ ਮੂਵ ਕੁਝ ਹੋਰ ਸੀ ਤੇ ਮੇਰੇ ਕਮਰੇ ਵਿੱਚ ਰੱਖੀ ਹੋਈ ਮੂਵ ਕੁਝ ਹੋਰ ਸੀ। ਜੋ ਮੂਵ ਦੀਆਂ ਟਿਊਬਾਂ ਮੇਰੇ ਦਰਾਜ ਵਿੱਚ ਸਨ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਤੇ ਮੈਂ ਉਹ ਬਾਜ਼ਾਰ ਤੋਂ ਖਰੀਦੀਆਂ ਗਈਆਂ ਟਿਊਬਾਂ ਨੂੰ ਡਰਾਅ ਵਿੱਚ ਰੱਖ ਦਿੱਤਾ। ਨਾ ਜਾਣੇ ਇਹ ਅਜੀਬ ਹਰਕਤਾਂ ਕੌਣ ਕਰ ਰਿਹਾ ਸੀ। ਮੈਂ ਇਹ ਸਭ ਜਾਣਨਾ ਚਾਹੁੰਦੀ ਸੀ। ਜਿਵੇਂ ਜਿਵੇਂ ਰਾਤ ਨੇੜੇ ਆ ਰਹੀ ਸੀ ਮੇਰੀ ਸੱਚਾਈ ਜਾਣਨ ਦੀ ਰੁਚੀ ਹੋਰ ਵੀ ਵੱਧਦੀ ਜਾ ਰਹੀ ਸੀ। ਆਖਰ ਰਾਤ ਹੋ ਗਈ। ਸਾਰਿਆਂ ਨੇ ਇਕੱਠੇ ਖਾਣਾ ਖਾਧਾ ਤੇ ਸਾਰੇ ਆਪੋ ਆਪਣੇ ਕਮਰਿਆਂ 'ਚ ਸੌਣ ਲਈ ਚਲੇ ਗਏ। ਕਮਰੇ ਵਿੱਚ ਜਾਂਦੇ ਹੀ ਮੈਂ ਜਾਣ ਬੁੱਝ ਕੇ ਸੌਣ ਦਾ ਬਹਾਨਾ ਕਰਨ ਲੱਗੀ ਕਿਉਂਕਿ ਅੱਜ ਮੈਂ ਕਿਸੇ ਵੀ ਕੀਮਤ ਤੇ ਉਸ ਵਿਅਕਤੀ ਦਾ ਪਤਾ ਲਗਾਉਣਾ ਸੀ ਜੋ ਹਰ ਰਾਤ ਮੇਰੇ ਨਾਲ ਅਜਿਹਾ ਕਰ ਰਿਹਾ ਸੀ। ਅੱਜ ਰਾਤ ਮੈਂ ਸੌਣਾ ਨਹੀਂ ਸੀ, ਸਗੋਂ ਜਾਗਦੇ ਰਹਿਣਾ ਸੀ ਤੇ ਸਾਰੀ ਸੱਚਾਈ ਦਾ ਪਤਾ ਲਗਾਉਣਾ ਸੀ। ਰਾਤ ਦੇ 12 ਵੱਜ ਚੁੱਕੇ ਸਨ। ਫਿਰ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਮੇਰਾ ਜੇਠ ਮੇਰੇ ਕਮਰੇ 'ਚ ਆ ਗਿਆ ਅਤੇ ਮੈਂ ਚੁੱਪ-ਚਾਪ ਖੁੱਲ੍ਹੀਆਂ ਅੱਖਾਂ ਨਾਲ ਸਭ ਕੁਝ ਦੇਖ ਰਹੀ ਸੀ। ਜਦੋਂ ਮੇਰਾ ਜੇਠ ਅੰਦਰ ਆਇਆ ਤਾਂ ਉਸਦੇ ਹੱਥ ਵਿੱਚ ਬੈਗ ਸੀ। ਮੈਨੂੰ ਇਹ ਬਹੁਤ ਅਜੀਬ ਲੱਗ ਰਿਹਾ ਸੀ। ਉਹ ਇੰਨੇ ਅਜੀਬ ਤਰੀਕੇ ਨਾਲ ਕਮਰੇ ਵਿੱਚ ਆਇਆ ਕਿ ਆਖਰ ਇਸ ਸਮੇਂ ਉਹਨਾਂ ਦਾ ਮੇਰੇ ਕਮਰੇ ਵਿੱਚ ਕੀ ਕੰਮ ਸੀ ਅਤੇ ਉਹ ਮੇਰੇ ਕਮਰੇ ਵਿੱਚ ਕਿਸ ਮਕਸਦ ਲਈ ਆਏ ਸਨ। ਫਿਰ ਮੈਨੂੰ ਇੱਕ ਹੋਰ ਆਦਮੀ ਦੇ ਬੋਲਣ ਦੀ ਆਵਾਜ਼ ਆਈ। ਮੇਰੇ ਜੇਠ ਨਾਲ ਇੱਕ ਹੋਰ ਵਿਅਕਤੀ ਮੌਜੂਦ ਸੀ। ਜਦੋਂ ਮੈਂ ਕਿਸੇ ਤਰ੍ਹਾਂ ਅੱਖਾਂ ਖੁੱਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਜੇਠ ਤੋਂ ਇਲਾਵਾ ਇੱਕ ਆਦਮੀ ਵੀ ਕਮਰੇ ਵਿੱਚ ਆਇਆ ਹੋਇਆ ਸੀ ਜਿਸ ਦੀ ਸ਼ਕਲ ਬੜੀ ਅਜੀਬ ਸੀ। ਉਹ ਕੋਈ ਤਾਂਤਰਿਕ ਬਾਬਾ ਜਾਪਦਾ ਸੀ ਜੋ ਜਾਦੂ ਟੂਣਾ ਕਰਦਾ ਸੀ। ਮੈਨੂੰ ਆਪਣੇ ਕਮਰੇ ਵਿੱਚ ਦੋਹਾਂ ਨੂੰ ਇਸ ਤਰ੍ਹਾਂ ਦੇਖ ਕੇ ਬਹੁਤ ਡਰ ਲੱਗ ਰਿਹਾ ਸੀ।
ਪਰ ਮੈਂ ਆਪਣੇ ਆਪ ਨੂੰ ਕਾਬੂ ਕਰ ਰਹੀ ਸੀ। ਮੇਰੇ ਮਨ ਵਿੱਚ ਅਜੀਬ ਖਿਆਲ ਆ ਰਹੇ ਸੀ। ਉਦੋਂ ਹੀ ਉਹ ਆਦਮੀ ਮੇਰੇ ਸਾਹਮਣੇ ਆ ਕੇ ਬੈਠ ਗਿਆ ਤੇ ਮੈਂ ਆਪਣੀ ਐਕਟਿੰਗ ਜਾਰੀ ਰੱਖੀ। ਇਸ ਤਰ੍ਹਾਂ ਐਕਟਿੰਗ ਕਰ ਰਹੀ ਸੀ ਜਿਵੇਂ ਮੈਂ ਬਹੁਤ ਗੂੜੀ ਨੀਂਦ ਵਿੱਚ ਸੌਂ ਰਹੀ ਹਾਂ। ਮੇਰੀਆਂ ਅੱਖਾਂ ਬੰਦ ਸੀ ਤੇ ਉਸਨੇ ਮੇਰੇ ਜੇਠ ਨੂੰ ਕੁਝ ਕਿਹਾ ਤੇ ਮੇਰੇ ਜੇਠ ਨੇ ਉਸ ਦੀ ਗੱਲ ਮੰਨ ਲਈ ਤੇ ਮੇਰੇ ਕੋਲ ਆ ਕੇ ਬੈਠ ਗਏ। ਮੂਵ ਕੱਢ ਕੇ ਮੇਰੇ ਨੱਕ ਨੂੰ ਲਾਉਣ ਲੱਗੇ। ਫਿਰ ਕੁਝ ਟਾਈਮ ਬਾਅਦ ਮੇਰੇ ਪੈਰਾਂ 'ਤੇ ਲਗਾਉਣ ਲੱਗੇ। ਸ਼ਾਇਦ ਇਹ ਉਹੀ ਮੂਵ ਲਾ ਰਿਹਾ ਸੀ ਜੋ ਮੈਂ ਰੱਖੀ ਸੀ। ਕੁਝ ਸਮੇਂ ਬਾਅਦ ਮੇਰਾ ਜੇਠ ਹੌਲੀ ਹੌਲੀ ਮੇਰੇ ਸਾਰੇ ਸਰੀਰ 'ਤੇ ਮੂਵ ਮਾਰਨ ਲੱਗਾ। ਮੈਨੂੰ ਮੂਵ ਦੀ ਸਮੈਲ ਆ ਰਹੀ ਸੀ। ਇਹ ਸਭ ਕੁਝ ਮੈਂ ਮਹਿਸੂਸ ਕਰ ਰਹੀ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਉੱਠ ਕੇ ਮੇਰੇ ਜੇਠ ਦੇ ਥੱਪੜ ਮਾਰਾਂ, ਕਿਉਂਕਿ ਮੈਨੂੰ ਸੀ ਕਿ ਮੈਂ ਉੱਚੀ ਉੱਚੀ ਚੀਕਾਂ ਮਾਰ ਕੇ ਘਰ ਦੇ ਸਾਰੇ ਲੋਕਾਂ ਨੂੰ ਕਹਾਂ ਕਿ ਇਹ ਲੋਕ ਮੇਰੇ ਨਾਲ ਕੀ ਕਰ ਰਹੇ ਆ ਤੇ ਇਹ ਕਿਉਂ ਕਰ ਰਹੇ ਆ। ਪਰ ਮੈਂ ਫਿਲਹਾਲ ਅਜਿਹਾ ਕੁਝ ਨਹੀਂ ਕਰ ਸਕਦੀ ਸੀ। ਫਿਰ ਉਹ ਆਦਮੀ ਕਹਿਣ ਲੱਗਾ ਕਿ ਇਹ ਹੁਣ ਇਸ ਮੂਵ ਨਾਲ ਬੇਹੋਸ਼ ਹੋ ਗਈ ਆ, ਕਿਉਂਕਿ ਇਹ ਕੋਈ ਮੂਵ ਨਹੀਂ ਬਲਕਿ ਇੱਕ ਦਵਾਈ ਆ। ਇਸ ਨਾਲ ਇਹ ਪੂਰੀ ਤਰ੍ਹਾਂ ਬੇਹੋਸ਼ ਹੋ ਜਾਵੇਗੀ। ਉਹ ਆਦਮੀ ਦੀ ਗੱਲ ਸੁਣ ਕੇ ਮੈਂ ਸਮਝ ਗਈ ਕਿ ਮੈਂ ਇਸੇ ਲਈ ਬੇਹੋਸ਼ ਹੋ ਜਾਂਦੀ ਹਾਂ ਤੇ ਕੁਝ ਮਹਿਸੂਸ ਨਹੀਂ ਹੁੰਦਾ। ਕੁਝ ਦੇਰ ਬਾਅਦ ਆਦਮੀ ਨੇ ਕੁਝ ਮੰਤਰਾਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੇ ਤੇ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਆਦਮੀ ਨੇ ਮੇਰੇ ਜੇਠ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਫਿਰ ਉਸ ਦੀ ਗੱਲ ਸੁਣ ਕੇ ਮੇਰਾ ਜੇਠ ਕਮਰੇ ਤੋਂ ਬਾਹਰ ਚਲਿਆ ਗਿਆ। ਮੈਂ ਬਹੁਤ ਡਰੀ ਹੋਈ ਸੀ ਕਿ ਇਹ ਆਦਮੀ ਮੇਰੇ ਨਾਲ ਕੀ ਕਰੇਗਾ। ਉਹ ਆਦਮੀ ਮੇਰੇ ਸਾਰੇ ਸਰੀਰ 'ਤੇ ਹੱਥ ਫੇਰ ਰਿਹਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਲੇਟੀ ਰਹੀ। ਪਤਾ ਨਹੀਂ ਉਹ ਕੀ ਕਰ ਰਿਹਾ ਸੀ। ਮੇਰੇ ਤਾਂ ਸਰੀਰ ਵਿੱਚੋਂ ਜਾਨ ਹੀ ਨਿਕਲ ਰਹੀ ਸੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਜਦੋਂ ਉਹ ਆਦਮੀ ਮੇਰੇ ਸਰੀਰ 'ਤੇ ਕੁਝ ਲਗਾਉਣ ਲੱਗਾ, ਉਹ ਥੋੜ੍ਹਾ ਜਿਹਾ ਲਾਲ ਸੀ ਅਤੇ ਇਹ ਮੇਰੇ ਸਰੀਰ 'ਤੇ ਵੱਖ-ਵੱਖ ਥਾਵਾਂ 'ਤੇ ਲਗਾ ਰਿਹਾ ਸੀ ਤੇ ਇਹ ਸਭ ਕਰਨ ਤੋਂ ਬਾਅਦ ਉਸਨੇ ਮੇਰੇ ਜੇਠ ਨੂੰ ਕਮਰੇ 'ਚ ਬੁਲਾ ਲਿਆ। ਜਦੋਂ ਮੇਰਾ ਜੇਠ ਕਮਰੇ 'ਚ ਆਇਆ ਤਾਂ ਉਹ ਕਹਿਣ ਲੱਗਾ ਕਿ ਸਿਰਫ 2 ਦਿਨ ਬਾਕੀ ਹਨ। ਮੈਨੂੰ ਇੱਥੇ ਇਸ ਦੇ ਲਈ ਇਲਾਜ ਦੁਬਾਰਾ ਕਰਨਾ ਪਵੇਗਾ। ਇਸ ਤੋਂ ਬਾਅਦ ਇਹ ਤੇਰੀ ਹੋ ਜਾਵੇਗੀ। ਉਸ ਆਦਮੀ ਦੀਆਂ ਗੱਲਾਂ ਸੁਣ ਕੇ ਮੇਰਾ ਸਰੀਰ ਕੰਬਣ ਲੱਗਾ। ਮੈਨੂੰ ਡਰ ਲੱਗਾ ਜਿਵੇਂ ਮੇਰੀ ਜਾਨ ਨਿਕਲ ਰਹੀ ਹੋਵੇ। ਮੇਰਾ ਦਿਲ ਬੁਰੀ ਤਰ੍ਹਾਂ ਡਰਿਆ ਹੋਇਆ ਸੀ ਕਿ ਆਖਰ ਮੇਰਾ ਜੇਠ ਮੇਰੇ ਨਾਲ ਇਹ ਸਭ ਕੀ ਕਰਵਾ ਰਿਹਾ ਸੀ। ਇਹ ਸਭ ਸੁਣ ਕੇ ਮੇਰਾ ਜੇਠ ਉੱਚੀ ਉੱਚੀ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਤਾਂ ਬਸ ਇਹੀ ਚਾਹੁੰਦਾ ਕਿ ਇਹ ਮੇਰੇ ਭਰਾ ਨੂੰ ਛੱਡ ਕੇ ਮੇਰੀ ਹੋ ਜਾਵੇ ਤੇ ਮੈਨੂੰ ਪਿਆਰ ਕਰਨ ਲੱਗੇ। ਮੈਂ ਇਸ ਕੁੜੀ ਨੂੰ ਬਹੁਤ ਪਿਆਰ ਕਰਦਾ। ਇਹ ਕਹਿ ਕੇ ਉਹ ਮੇਰੇ ਕਮਰੇ ਤੋਂ ਚਲੇ ਗਏ। ਪਰ ਮੈਂ ਆਪਣੇ ਆਪ ਤੋਂ ਇੰਨਾ ਡਰੀ ਹੋਈ ਸੀ ਕਿ ਸ਼ਾਇਦ ਮੈਂ ਕਦੇ ਸੁਪਨੇ 'ਚ ਵੀ ਨਹੀਂ ਅਜਿਹਾ ਸੋਚਿਆ ਸੀ। ਮੈਨੂੰ ਤਾਂ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਇਹ ਹਕੀਕਤ ਆ ਜਾਂ ਸੁਪਨਾ। ਮੇਰਾ ਜੇਠ ਮੇਰੇ ਨਾਲ ਅਜਿਹਾ ਕਰ ਸਕਦਾ, ਮੇਰੇ ਵੱਲ ਇੰਨੀ ਬੁਰੀ ਨਿਗਾਹ ਨਾਲ ਦੇਖ ਸਕਦਾ। ਉਹ ਆਪਣੇ ਭਰਾ ਦੀ ਪਤਨੀ ਬਾਰੇ ਅਜਿਹਾ ਸੋਚਦਾ। ਮੈਂ ਇਹ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੀ ਸੀ। ਉਹ ਲੋਕ ਮੇਰੇ ਕਮਰੇ ਤੋਂ ਚਲੇ ਗਏ। ਮੈਂ ਉੱਠ ਕੇ ਜਲਦੀ ਨਾਲ ਕਮਰਾ ਅੰਦਰੋਂ ਬੰਦ ਕਰ ਲਿਆ ਤੇ ਨਹਾਉਣ ਚਲੀ ਗਈ। ਮੈਂ ਆਪਣੇ ਸਰੀਰ ਦੇ ਸਾਰੇ ਨਿਸ਼ਾਨ ਸਾਫ਼ ਕਰ ਦਿੱਤੇ ਤੇ ਸੋਚਣ ਲੱਗੀ ਕਿ ਅੱਗੇ ਕੀ ਕਰਨਾ। ਰਾਤ ਦੇ 1 ਵਜੇ ਦਾ ਸਮਾਂ ਸੀ ਜਦੋਂ ਮੈਂ ਆਪਣੇ ਪਤੀ ਨੂੰ ਫੋਨ ਕੀਤਾ ਤੇ ਸੋਚਣ ਲੱਗੀ ਕਿ ਹੁਣ ਕੀ ਕਹਾਂ। ਸ਼ਾਇਦ ਮੇਰਾ ਪਤੀ ਸੌਂ ਰਿਹਾ ਸੀ। ਕਈ ਵਾਰ ਕਾਲ ਕਰਨ ਤੋਂ ਬਾਅਦ ਉਸਨੇ ਆਖਿਰਕਾਰ ਮੇਰਾ ਕਾਲ ਰਿਸੀਵ ਕਰ ਲਿਆ। ਮੈਂ ਰੋਂਦੀ ਆਵਾਜ਼ ਵਿੱਚ ਆਪਣੇ ਪਤੀ ਨਾਲ ਗੱਲ ਕੀਤੀ। ਮੇਰੀ ਆਵਾਜ਼ ਸੁਣ ਕੇ ਉਹ ਡਰ ਗਿਆ ਤੇ ਮੇਰੇ ਤੇ ਰੋਣ ਦਾ ਕਾਰਨ ਪੁੱਛਿਆ। ਮੈਂ ਉਸ ਨੂੰ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ। ਮੈਨੂੰ ਨਹੀਂ ਪਤਾ, ਤੁਸੀਂ ਸਵੇਰੇ ਘਰ ਆ ਜਾਇਓ। ਜੇਕਰ ਤੁਸੀਂ ਘਰ ਨਹੀਂ ਆਓਗੇ ਤਾਂ ਮੈਂ ਇਹ ਘਰ ਛੱਡ ਕੇ ਚਲੀ ਜਾਵਾਂਗੀ। ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਜਦੋਂ ਅਗਲੀ ਸਵੇਰ ਹੋਈ ਤਾਂ ਮੈਂ ਆਪ ਹੀ ਕਮਰੇ ਤੋਂ ਬਾਹਰ ਆ ਗਈ। ਮੇਰੇ ਜੇਠ ਮੇਰੇ ਸਾਹਮਣੇ ਬੈਠੇ ਟੀਵੀ ਦੇਖ ਰਹੇ ਸੀ। ਮੈਨੂੰ ਆਉਂਦਾ ਦੇਖ ਕੇ ਉਸਦੇ ਚਿਹਰੇ 'ਤੇ ਇੱਕਦਮ ਮੁਸਕਰਾਹਟ ਆ ਗਈ। ਸਵੇਰੇ 9 ਵਜੇ ਮੇਰੇ ਪਤੀ ਘਰ ਆਏ ਤੇ ਮੈਨੂੰ ਪੁੱਛਿਆ, ਕੀ ਹੋਇਆ, ਤੂੰ ਮੈਨੂੰ ਅਚਾਨਕ ਘਰ ਕਿਉਂ ਬੁਲਾਇਆ? ਉਸ ਸਮੇਂ ਘਰ ਵਿੱਚ ਸਾਰੇ ਮੌਜੂਦ ਸਨ। ਮੇਰਾ ਪਤੀ ਮੇਰੇ ਸਵਾਲ ਦਾ ਜਵਾਬ ਸੁਣਨ ਲਈ ਬੇਤਾਬ ਸੀ ਤੇ ਹਰ ਕੋਈ ਇਹ ਜਾਣਨ ਲਈ ਉਤਾਵਲਾ ਸੀ ਕਿ ਮੇਰਾ ਪਤੀ ਅਚਾਨਕ ਘਰ ਕਿਵੇਂ ਆ ਗਿਆ, ਕੀ ਹੋਇਆ ਸੀ, ਮੈਂ ਆਪਣੇ ਪਤੀ ਨੂੰ ਇੱਥੇ ਕਿਉਂ ਬੁਲਾਇਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਪਣੇ ਜੇਠ ਬਾਰੇ ਸਭ ਨੂੰ ਕਿਵੇਂ ਦੱਸਾਂ। ਮੈਂ ਬੜੀ ਹਿੰਮਤ ਨਾਲ ਸਭ ਕੁਝ ਦੱਸ ਦਿੱਤਾ। ਮੇਰੀਆਂ ਗੱਲਾਂ ਤੇ ਇਹ ਰਾਜ਼ ਸੁਣ ਕੇ ਮੇਰੇ ਜੇਠ ਦਾ ਮੂੰਹ ਉੱਤਰ ਗਿਆ। ਉਸਦੇ ਚਿਹਰੇ 'ਤੇ ਹਾਵ ਭਾਵ ਬਦਲਣ ਲੱਗੇ। ਪਰ ਇਹ ਸੁਣ ਕੇ ਮੇਰੇ ਪਤੀ ਨੇ ਸਾਰਿਆਂ ਦੇ ਸਾਹਮਣੇ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ। ਇਹ ਸੁਣ ਕੇ ਉਹ ਗੁੱਸੇ 'ਚ ਆ ਗਏ ਤੇ ਮੈਨੂੰ ਪਤਾ ਸੀ ਕਿ ਮੇਰੀ ਗੱਲ 'ਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਮੇਰੇ ਜੇਠ ਨੇ ਕਿਹਾ, ਤੇਰੀ ਪਤਨੀ ਮੇਰੇ 'ਤੇ ਕਿਹੋ ਜਿਹਾ ਇਲਜ਼ਾਮ ਲਗਾ ਰਹੀ ਆ। ਮੇਰੇ ਪਤੀ ਮੇਰਾ ਹੱਥ ਫੜ ਕੇ ਮੈਨੂੰ ਘਰੋਂ ਬਾਹਰ ਕੱਢਣ ਲੱਗੇ। ਜਦੋਂ ਮੈਂ ਉਸ ਨੂੰ ਸਬੂਤ ਦਿਖਾਉਣ ਲਈ ਕਿਹਾ ਤਾਂ ਮੈਂ ਆਪਣਾ ਹੱਥ ਛੁਡਵਾ ਕੇ ਆਪਣੇ ਕਮਰੇ 'ਚ ਗਈ ਤੇ ਜਲਦੀ ਨਾਲ ਉਹ ਕਮਰਾ ਦੇ ਦਿੱਤਾ ਜਿਸ ਵਿੱਚ ਇਹ ਸਾਰੀਆਂ ਹਰਕਤਾਂ ਰਿਕਾਰਡ ਕੀਤੀਆਂ ਹੋਈਆਂ ਸੀ, ਜਿਸ ਵਿੱਚ ਮੇਰਾ ਜੇਠ ਅਤੇ ਉਹ ਆਦਮੀ ਮੇਰੇ ਕਮਰੇ ਵਿੱਚ ਆਏ ਸਨ। ਉਹ ਲੋਕ ਜੋ ਵੀ ਮੇਰੇ ਘਰ ਨਾਲ ਕਰ ਰਹੇ ਸੀ ਸਭ ਕੁਝ ਹੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਸੀ। ਮੇਰੇ ਪਤੀ ਉਹ ਵੀਡੀਓ ਦੇਖਦੇ ਹੀ ਗੁੱਸੇ 'ਚ ਆ ਗਏ। ਘਰ ਦੇ ਸਾਰੇ ਮੈਂਬਰਾਂ ਨੇ ਉਹ ਵੀਡੀਓ ਨੂੰ ਦੇਖਿਆ ਤੇ ਉਸ ਤੋਂ ਬਾਅਦ ਮੇਰਾ ਜੇਠ ਸਿਰ ਝੁਕਾ ਕੇ ਖੜਾ ਸੀ।
ਮੇਰੇ ਜੇਠ ਨੇ ਮੇਰੇ ਅਤੇ ਮੇਰੇ ਪਤੀ ਦੇ ਪੈਰ ਫੜ ਲਏ ਤੇ ਮਾਫੀ ਮੰਗਣ ਲੱਗਾ। ਉਸਨੇ ਕਿਹਾ ਕਿ ਮੈਨੂੰ ਮਾਫ ਕਰ ਦਿਓ। ਮੈਂ ਇਸ ਦੀ ਸੁੰਦਰਤਾ ਦੇਖ ਕੇ ਮੋਹਿਤ ਹੋ ਗਿਆ ਸੀ। ਜਿਸ ਦਿਨ ਉਸ ਦਾ ਵਿਆਹ ਤੇਰੇ ਨਾਲ ਹੋਇਆ ਸੀ ਮੈਨੂੰ ਇਹ ਬਹੁਤ ਪਸੰਦ ਆਈ ਸੀ, ਇਸ ਲਈ ਮੈਂ ਤਾਂਤਰਿਕ ਬਾਬੇ ਤੋਂ ਇਸ ਤੇ ਜਾਦੂ ਟੋਣਾ ਕਰਵਾ ਰਿਹਾ ਸੀ। ਮੈਂ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਈ, ਤੇਰੀ ਬੇਟੀ ਮੇਰੀ ਉਮਰ ਦੀ ਹੋ ਗਈ ਆ, ਉਹ ਵਿਆਹੁਣ ਵਾਲੀ ਆ, ਘੱਟ ਤੋਂ ਘੱਟ ਉਸ ਦੀ ਸ਼ਰਮ ਹੀ ਖਾ ਲੈਂਦੇ। ਜੇ ਤੁਹਾਨੂੰ ਇੰਨਾ ਹੀ ਸੀ ਤਾਂ ਸਾਨੂੰ ਦੱਸ ਦਿੰਦੇ, ਅਸੀਂ ਤੁਹਾਡਾ ਦੂਜਾ ਵਿਆਹ ਕਰਾ ਦਿੰਦੇ। ਪਰ ਮੇਰਾ ਜੋ ਜੇਠ ਚੁੱਪਚਾਪ ਨੀਵੀਂ ਪਾਈ ਖੜਾ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ, ਜਾਂ ਤਾਂ ਤੁਸੀਂ ਮੈਨੂੰ ਅਲੱਗ ਘਰ ਲੈ ਦਿਓ ਜਾਂ ਤੁਸੀਂ ਮੈਨੂੰ ਆਪਣੇ ਨਾਲ ਲੈ ਜਾਓ। ਇਸ ਸਮੇਂ ਜੋ ਵੀ ਹੋਇਆ ਉਹ ਚੰਗਾ ਨਹੀਂ ਸੀ, ਇਸ ਲਈ ਉਹ ਮੈਨੂੰ ਆਪਣੇ ਨਾਲ ਉੱਥੇ ਲੈ ਗਏ ਜਿੱਥੇ ਉਹ ਕੰਮ ਕਰਦੇ ਸੀ। ਪਰ ਮੇਰੇ ਪਤੀ ਨੇ ਆਪਣੇ ਭਰਾ ਨਾਲ ਸਾਰੇ ਰਿਸ਼ਤੇ ਤੋੜ ਲਏ। ਮੇਰਾ ਜੇਠ ਹੁਣ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਸੀ ਤੇ ਉਹ ਪਛਤਾ ਰਿਹਾ ਸੀ ਕਿ ਉਸਨੇ ਅਜਿਹਾ ਕਿਉਂ ਕੀਤਾ। ਪਰ ਇਹ ਸਭ ਮੇਰੇ ਲਈ ਬਹੁਤ ਡਰਾਉਣ ਵਾਲਾ ਸੀ। ਪਰ ਮੇਰੇ ਪਤੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਹੁਣ ਮੈਨੂੰ ਕਦੇ ਵੀ ਕਿਸੇ ਕੋਲ ਨਹੀਂ ਛੱਡਣਗੇ, ਹਮੇਸ਼ਾ ਮੇਰੀ ਦੇਖਭਾਲ ਕਰਨਗੇ। ਹੁਣ ਮੈਂ ਆਪਣੇ ਪਤੀ ਨਾਲ ਵਧੀਆ ਜੀਵਨ ਬਤੀਤ ਕਰ ਰਹੀ ਹਾਂ ਤੇ ਕਦੇ-ਕਦੇ ਮੇਰੇ ਜੇਠ ਦੀ ਕੁੜੀ ਸਾਨੂੰ ਮਿਲਣ ਆ ਜਾਂਦੀ ਆ। ਮੈਂ ਤਾਂ ਉਸ ਨੂੰ ਬਹੁਤ ਕਿਹਾ ਕਿ ਤੂੰ ਮੇਰੇ ਕੋਲ ਚੱਲ, ਮੇਰੇ ਨਾਲ ਰਹਿ, ਪਰ ਉਹ ਆਪਣੇ ਦਾਦਾ ਦਾਦੀ ਕੋਲ ਰਹਿਣਾ ਚਾਹੁੰਦੀ ਸੀ। ਸੋ ਦੋਸਤੋ, ਮੈਨੂੰ ਹੁਣ ਇਹ ਸਮਝ ਨਹੀਂ ਆਉਂਦੀ ਕਿ ਮੈਂ ਉਸ ਇਕੱਲੀ ਕੁੜੀ ਨੂੰ ਛੱਡ ਕੇ ਸਹੀ ਕੀਤਾ ਜਾਂ ਗਲਤ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।